ਗਵਾਹੀ ਭਰਦਾ ਗ੍ਰਾਮ ਪੰਚਾਇਤ ਬੱਲਾ ਦਾ ਖੰਡ ਮੂਨਕ ਜ਼ਿਲ੍ਹਾ ਕਰਨਾਲ ਦਾ। ਇਹ ਉੱਥੇ ਰਹਿੰਦੇ ਸੀ ਉਦੋਂ ਆਪਦਾ ਜਿੰਨਾ ਕੁਛ ਸੀ ਉਹਨਾਂ ਨੇ ਵੇਚ ਵੱਟ ਕੇ ਸਾਰਾ ਆਜ਼ਾਦ ਹਿੰਦ ਫੌਜ ਤੇ ਲਾਤਾ। 1 ਅਪ੍ਰੈਲ 1935 ਨੂੰ ਸ੍ਰੀ ਸੱਜਣ ਸਿੰਘ ਮਾਨ ਜੀ ਜਿਹੜੇ ਮੇਰੇ ਦਾਦਾ ਜੀ ਸਨ ਉਹਨਾਂ ਨੇ ਆਜ਼ਾਦ ਹਿੰਦ ਫੌਜ ਜੁਆਇਨ ਕੀਤੀ। ਬਤੌਰ ਸੈਨਿਕ ਬੜੀ ਸ਼ੂਰਵੀਰਤਾ ਨਾਲ ਆਪਣੀ ਭੂਮਿਕਾਵਾਂ ਨਿਭਾਈਆਂ। ਉਸ ਵੇਲੇ ਵੀ ਕਿਰਾਏ ਦੇ ਮਕਾਨ ਤੇ ਸੀ, ਹੁਣ ਅਸੀਂ ਕਿਰਾਇਆ ਹੀ ਭਰ ਰਹੇ ਹਾਂ। ਰਿਟਾਇਰ ਹੋ ਗਏ ਮੇਰੇ ਪਿਤਾ ਜੀ 28 ਨਵੰਬਰ 2020 ਨੂੰ ਪੀਐਨ ਸੀਗੇ। ਇਹ ਉਹ ਤਾਂਬਰਾ ਪੱਤਰ ਹੈ ਜਿਹੜਾ ਅਰਜਨ ਸਿੰਘ ਜੀ ਜਿਹੜੇ ਚੰਡੀਗੜ੍ਹ ਦੇ ਮੌਜੂਦਾ ਉਸ ਵੇਲੇ ਗਵਰਨਰ ਸਾਹਿਬ ਹੋਇਆ ਕਰਦੇ ਸੀ, ਉਹਨਾਂ ਦੇ ਥਰੂ ਇਹ ਸਾਡੀ ਵਿਧਵਾ ਦਾਦੀ ਜੀ ਨੂੰ ਭੇਂਟ ਕੀਤਾ ਗਿਆ ਸੀ। ਸਾਰੇ ਜਨਰਲ ਮੋਹਨ ਸਿੰਘ ਜੀ ਨੇ ਨਾਲ ਸੁਭਾਸ਼ ਚੰਦਰ ਬੋਸ ਜੀ ਤਾਂ ਫਸਟ ਰੋ ਦੇ ਵਿੱਚ सज्जन सिंह मान जी ਜਿਹੜੇ ਮੇਰੇ ਦਾਦਾ ਜੀ ਸਨ ਉਹ ਨੇ। क्या है ये कौन से कागज हैं, क्या लेके आ रहे हैं? मतलब इस तरीके नाल करिया तो बड़ा मायूस होया मैं, दिल ते बड़ी ठेस बजी कि स्वतंत्रता सेनानी परिवार तो संबंध भी रखा, अगे माता पिता डिसेबल्ड, माँ मिर्गी दी पेशेंट, बाप पोलियो तो ग्रस्त, तो बंदा करे तो करे। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਅੱਜ ਜਿਸ ਜਾਣਕਾਰੀ ਤੇ ਖਬਰ ਦਾ ਜ਼ਿਕਰ ਕਰਨ ਲੱਗੇ ਹਾਂ ਉਹ ਦੋਨੇ ਚੀਜ਼ਾਂ ਇਸ ਵਾਸਤੇ ਹੈ ਕਿਉਂਕਿ ਜਿਹੜਾ ਪਰਿਵਾਰ ਤੁਹਾਨੂੰ ਅੱਜ ਦਿਖਾਵਾਂਗੇ ਉਹ ਪਰਿਵਾਰ ਦੇ ਬਜ਼ੁਰਗਾਂ ਨੇ ਸਾਰਾ ਕੁਝ ਆਪਦਾ ਦੌਰ ਤੇ ਲਾਤਾ ਤੇ ਦੇਸ਼ ਦੀ ਆਜ਼ਾਦੀ ਵਾਸਤੇ ਆਜ਼ਾਦ ਹਿੰਦ ਫੌਜ ਦੇ ਵਿੱਚ ਵੀ ਉਹ ਭਰਤੀ ਹੋਏ, ਸੁਭਾਸ਼ ਚੰਦਰ ਬੋਸ ਹੋਰਾਂ ਦੇ ਨਾਲ ਚੱਲੇ। ਅੱਜ ਹਾਲਾਤ ਉਹਨਾਂ ਦੇ ਕੀ ਨੇ ਉਹ ਵੀ ਦੱਸਾਂਗੇ, ਪਰ ਉਦੋਂ ਪਹਿਲਾਂ ਤੁਹਾਨੂੰ ਉਹ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਉਹ ਰਿਕਾਰਡ ਕਿ ਜਦੋਂ ਸ੍ਰੀ ਸੱਜਣ ਸਿੰਘ ਜਿਹੜੇ ਕਿ ਆਜ਼ਾਦ ਹਿੰਦ ਫੌਜ ਦੇ ਵਿੱਚ ਜਾਂਦੇ ਨੇ, ਦੇਸ਼ ਦੇ ਲਈ ਇੱਕ ਸੁਪਨਾ ਲੈ ਕੇ ਜਾਂਦੇ ਨੇ, ਅਲੱਗ-ਅਲੱਗ ਜ਼ਿੰਮੇਵਾਰੀਆਂ ਉਹਨਾਂ ਦੇ ਕੋਲ ਰਹਿੰਦੀਆਂ ਨੇ। ਉਹਨਾਂ ਦੇ ਪਰਿਵਾਰ ਨਾਲ ਵੀ ਗੱਲ ਕਰਾਂਗੇ ਕਿ ਆਖਰ ਅੱਜ ਹਾਲਾਤ ਕੀ ਨੇ ਕਿ ਜਿਸ ਆਜ਼ਾਦੀ ਨੂੰ ਲੈ ਕੇ ਉਹਨਾਂ ਨੇ ਝੰਡਾ ਚੱਕਿਆ, ਜਿਨ੍ਹਾਂ ਚੀਜ਼ਾਂ ਨੂੰ ਲੋਕਾਂ ਨੂੰ ਸਿਖਾਵਾ ਕਰਨ ਵਾਸਤੇ ਝੰਡਾ ਚੱਕਿਆ, ਪਰ ਅੱਜ ਪਰਿਵਾਰ ਪੂਰੇ ਉਹੀ ਆਜ਼ਾਦੀ ਤੋਂ ਬਾਅਦ ਦੇ ਸਰਕਾਰੀ ਤੰਤਰ ਦੇ ਅੱਗੇ ਬੇਵਸ ਦਿਖਾਈ ਦੇ ਰਿਹਾ, ਸਰਕਾਰੀ ਤੰਤਰ ਨੂੰ ਗੁਹਾਰ ਲਾ ਰਿਹਾ। ਤਾਮਲ ਪੱਤਰ ਇਹ ਜਿਹੜਾ ਮਿਲਿਆ ਇਹਨਾਂ ਦੇ ਬਜ਼ੁਰਗਾਂ ਨੂੰ, ਉਸ ਤੋਂ ਬਾਅਦ ਤਮਾਮ ਉਹ ਰਿਕਾਰਡ ਨੇ। ਇੱਕ ਆ ਚਿੱਠੀ ਤੁਹਾਨੂੰ ਦਿਖਾ ਦਿੰਦੇ ਹਾਂ, ਇਹ ਰੋਹਿਤ ਮਾਨ ਨੇਗੇ ਉਹਨਾਂ ਦੇ ਅੱਗੇ ਪੋਤੇ, ਉਹਨਾਂ ਦਿਖਾ ਦਿੰਦੇ ਹਾਂ ਇਹ ਚਿੱਠੀ ਕੀ ਹੈ। ਇਹ ਚਿੱਠੀ ਖਾਸ ਕਰ ਇਹ ਦਿਖਾਉਂਦੀ ਆ ਕਿ ਆਜ਼ਾਦੀ ਦੇ ਵੇਲੇ ਸੁਤੰਤਰਤਾ ਸੈਨਾਨੀ ਅਸੀਂ ਦੇਖਿਆ ਕਿ ਆਪਦਾ ਯੋਗਦਾਨ ਸਾਰੇ ਪਾਉਂਦੇ ਸੀਗੇ, ਜਿੰਨੇ ਜੋਗੇ ਸੀਗੇ, ਹਰ ਕਿਸੇ ਨੇ ਉਦੋਂ ਕਿਉਂਕਿ ਲੋਭ ਲਾਲਚ ਨਹੀਂ ਹੁੰਦੇ ਸੀ ਲੋਕਾਂ 'ਚ, ਉਹਨਾਂ ਨੇ ਪੂਰਾ ਆਪਦਾ ਹਿੱਸਾ ਪਾਇਆ, ਇੱਥੋਂ ਤੱਕ ਕਿ ਆਪਦਾ ਪੂਰਾ ਘਰ-ਬਾਰ ਵੇਚ ਕੇ ਹੈ ਜਿਹੜਾ ਉਹ ਵੀ ਇਸੇ ਲੇਖੇ ਲਾਇਆ। ਇਹ ਉਹਦੀ ਗਵਾਹੀ ਭਰਦਾ ਗ੍ਰਾਮ ਪੰਚਾਇਤ ਬੱਲਾ ਦਾ ਖੰਡ ਮੂਨਕ ਜ਼ਿਲ੍ਹਾ ਕਰਨਾਲ ਦਾ। ਇਹ ਉੱਥੇ ਰਹਿੰਦੇ ਸੀ ਉਦੋਂ ਆਪਦਾ ਜਿੰਨਾ ਕੁਛ ਸੀ ਉਹਨਾਂ ਨੇ ਵੇਚ ਵੱਟ ਕੇ ਸਾਰਾ ਆਜ਼ਾਦ ਹਿੰਦ ਫੌਜ ਤੇ ਲਾਤਾ। ਉਸ ਤੋਂ ਬਾਅਦ ਇਹਨਾਂ ਦੇ ਨਾਲ ਗੱਲ ਵੀ ਕਰਦੇ ਹਾਂ ਤੇ ਨਾਲ ਹੁਣ ਦਿਖਾ ਦਿੰਦੇ ਨੇ ਇਹ ਚਿੱਠੀਆਂ ਪੱਤਰ ਹੈਗੀਆਂ ਕਿ ਨੇ। ਰੋਹਿਤ ਮਾਨ ਜੀ, ਦੇਖਿਆ ਜਾਵੇ ਇਹ ਪਹਿਲਾਂ ਤਾਂ ਇਹ ਨਾਲ ਹੋਈ ਕੀ ਕਰਕੇ ਦੱਸੋ, ਇਹ ਹੈ ਕੀ ਸਰਟੀਫਿਕੇਟ ਨੇ ਜਿਹੜੇ ਦੱਸਦੇ ਨੇ ਕਿ ਆਖਰ ਸੱਜਣ ਸਿੰਘ ਨੇ ਦੇਸ਼ ਲਈ ਸੇਵਾ ਕੀਤੀ। ਸਤਿ ਸ਼੍ਰੀ ਅਕਾਲ ਸਰ, ਮੈਂ ਆਪ ਜੀ ਦਾ ਅਭਿਨੰਦਨ ਕਰਦਾ ਹਾਂ ਕਿ ਆਪ ਜੀ ਇਸ ਖਬਰ ਨੂੰ ਇਸ ਪ੍ਰਕਾਰ ਨਾਲ ਅੱਗੇ ਤੱਕ ਲੈ ਕੇ ਆਉਂਗੇ ਜੀ। ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਧਿਆਨ ਲਾਉਣਾ ਚਾਹੁੰਦਾ ਹਾਂ ਕਿ 1 ਅਪ੍ਰੈਲ 1935 ਨੂੰ ਸ੍ਰੀ ਸੱਜਣ ਸਿੰਘ ਮਾਨ ਜੀ ਜਿਹੜੇ ਮੇਰੇ ਦਾਦਾ ਜੀ ਸਨ ਉਹਨਾਂ ਨੇ ਆਜ਼ਾਦ ਹਿੰਦ ਫੌਜ ਜੁਆਇਨ ਕੀਤੀ। ਬਤੌਰ ਸੈਨਿਕ ਬੜੀ ਸ਼ੂਰਵੀਰਤਾ ਨਾਲ ਆਪਣੀ ਭੂਮਿਕਾਵਾਂ ਨਿਭਾਈਆਂ। ਇਹ ਉਦੋਂ ਦੀ ਸਰਟੀਫਿਕੇਟ ਹੈ ਜੀ, ਇਹ ਉਸ ਵੇਲੇ ਦਾ ਜੁਆਇਨਿੰਗ ਸਰਟੀਫਿਕੇਟ ਹੈ ਜਿਹੜਾ 1 ਅਪ੍ਰੈਲ 1935 ਨੂੰ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਸੇਵਾ ਦਿੱਤੀ। ਉਸ ਤੋਂ ਮਗਰੋਂ ਆਈਐਨਏ ਆਲ ਇੰਡੀਆ ਆਈਐਨਏ ਕਮਿਊਨਿਟੀ ਵੱਲੋਂ ਵੀ ਉਹਨਾਂ ਨੂੰ ਸਰਟੀਫਾਈਡ ਕੀਤਾ ਗਿਆ। ਉਸ ਤੋਂ ਮਗਰੋਂ ਫਿਰ 1974 ਵਿੱਚ ਸਾਡੀ ਦਾਦੀ ਜੀ ਨੂੰ 1066 ਚੰਡੀਗੜ੍ਹ ਦੇ ਵਿੱਚ ਪੈਨਸ਼ਨ ਲੱਗੀ ਸੀ, ਮਕਾਨ ਨੰਬਰ 1066। ਉਦੋਂ ਵੀ ਕਿਰਾਏ ਤਾਂ ਸੈਨਾਨੀਆਂ ਦਾ ਜਿਹੜਾ ਫਾਇਦਾ ਮਿਲਦਾ ਜੀ, ਸੈਂਟਰ ਗਵਰਨਮੈਂਟ ਵੱਲੋਂ ਲਹਿਦੀ ਮਿਲਦੀ ਸੀ, ਚੰਡੀਗੜ੍ਹ ਵੱਲੋਂ ਲਹਿਦੀ, ਲੇਕਿਨ ਉਸ ਵੇਲੇ ਵੀ ਕਿਰਾਏ ਦੇ ਮਕਾਨ ਤੇ ਸੀ। ਹੁਣ ਅਸੀਂ ਕਿਰਾਇਆ ਹੀ ਭਰ ਰਹੇ ਹਾਂ। ਰਿਟਾਇਰ ਹੋ ਗਏ ਮੇਰੇ ਪਿਤਾ ਜੀ 28 ਨਵੰਬਰ 2020 ਨੂੰ ਪੀਐਨ ਸੀਗੇ। ਉਹ ਵੀ ਜ਼ਿਕਰ ਕਰਾਂਗੇ, ਪਹਿਲਾਂ ਤੁਸੀਂ ਇਹ ਰਿਕਾਰਡ ਤੇ ਇਹ ਪੈਨਸ਼ਨ ਦੀਆਂ ਡੇਟਾਂ ਵਾ ਪੁਰਾਣੀਆਂ ਜਦੋਂ ਮਿਲਿਆ ਕਰਦੀ ਸੀ ਉਹਨਾਂ ਨੂੰ ਪੈਨਸ਼ਨਾਂ, ਤੇ ਇਹਦੇ 'ਚ ਸਾਰੇ ਉਹ ਦਸਤਾਵੇਜ਼ ਨੇ ਜਿਹੜੇ ਮੌਜੂਦ ਨੇ। ਤੇ ਅਸੀਂ ਇਹ ਧਰੋਹਰ ਨੂੰ ਬੜੇ ਪਿਆਰ ਨਾਲ ਸਾਂਭ ਕੇ ਬੈਠੇ ਨੇ। ਇਹ ਉਹ ਤਾਂਬਰਾ ਪੱਤਰ ਹੈ ਜਿਹੜਾ ਅਰਜਨ ਸਿੰਘ ਜੀ ਜਿਹੜੇ ਚੰਡੀਗੜ੍ਹ ਦੇ ਮੌਜੂਦਾ ਉਸ ਵੇਲੇ ਗਵਰਨਰ ਸਾਹਿਬ ਹੋਇਆ ਕਰਦੇ ਸੀ, ਉਹਨਾਂ ਦੇ ਥਰੂ ਇਹ ਸਾਡੀ ਵਿਧਵਾ ਦਾਦੀ ਜੀ ਨੂੰ ਭੇਂਟ ਕੀਤਾ ਗਿਆ ਸੀ ਤੇ ਆਸ਼ਵਾਸਨ ਦਿੱਤਾ ਗਿਆ ਸੀ ਕਿ ਤੁਹਾਨੂੰ ਇਹਦਾ ਰਿਜ਼ਰਵੇਸ਼ਨ ਦਾ ਫਾਇਦਾ ਤੇ ਅਤੇ ਤੁਹਾਨੂੰ ਮਕਾਨ ਵੀ ਦਿੱਤੇ ਜਾਣਗੇ। ਲੇਕਿਨ ਅਨਫੋਰਚੂਨੇਟਲੀ ਉਹ ਵੀ ਚੱਲ ਵਸੇ ਤੇ ਮਾਤਾ ਪਿਤਾ ਦਿਖਾ ਲਓ ਇੱਕ ਵਾਰੀ ਬਜ਼ੁਰਗਾਂ ਦੀ ਜਿਹੜੇ ਸੱਜਣ ਸਿੰਘ ਜੀ ਦੀ ਇਹ ਤਸਵੀਰਾਂ ਵੀ ਤੁਸੀਂ ਦੇਖ ਲਓ ਉਸ ਸਮੇਂ ਦੀਆਂ ਕਿ ਜਦੋਂ ਉਹਨਾਂ ਨੇ ਆਜ਼ਾਦ ਹਿੰਦ ਫੌਜ ਆ ਜਿਹੜੀ ਜੁਆਇਨ ਕੀਤੀ ਹੈ। ਇਹ ਉਦੋਂ ਦੀ ਪੁਰਾਣੀਆਂ ਤਸਵੀਰਾਂ ਤੁਸੀਂ ਵੱਡੀਆਂ ਕਰਾਈਆਂ ਜੀ ਸਰ, ਅਸੀਂ ਇਹ ਵੱਡੀਆਂ ਕਰਾਈਆਂ ਸੀ 1500 ਰੁਪਏ ਲਾ ਕੇ। ਸੁਭਾਸ਼ ਚੰਦਰ ਬੋਸ ਦੇ ਨਾਲ ਜਿਹੜੀ ਤਸਵੀਰ ਹੈਗੀ ਸਾਰੇ ਜਨਰਲ ਮੋਹਨ ਸਿੰਘ ਜੀ ਨੇ ਨਾਲ ਸੁਭਾਸ਼ ਚੰਦਰ ਬੋਸ ਜੀ ਤਾਂ ਫਸਟ ਰੋ ਦੇ ਵਿੱਚ
ਸੱਜਣ ਸਿੰਘ ਮਾਨ ਜੀ ਜਿਹੜੇ ਮੇਰੇ ਦਾਦਾ ਜੀ ਸਨ ਉਹ ਨੇ, ਅਤੇ ਇਹਨਾਂ ਨੇ ਆਪਣਾ ਯੋਗਦਾਨ ਦੇਸ਼ ਦੀ ਆਜ਼ਾਦੀ ਲਈ ਦਿੱਤਾ ਸੀ। ਤੇ ਮਗਰ ਉਹ ਵੀ ਨਹੀਂ ਸੀ ਸੋਚਿਆ ਕਿ ਸਾਡੇ ਪਰਿਵਾਰ ਦਾ ਇਹ ਹਾਲ ਹੋਵੇਗਾ। ਹੁਣ ਦੱਸਦਾ ਨੇ ਜਿਹੜੀ ਗੱਲ ਬਾਰੀ-ਬਾਰੀ ਰੋਹਿਤ ਕੁਮਾਰ ਕਰ ਰਹੇ ਨੇ ਕਿ ਪਰਿਵਾਰ ਦਾ ਹਾਲ ਹੈ ਕੀ ਆ। ਪਰਿਵਾਰ ਇਹ ਵੀ ਇੱਕ ਕਹਿ ਸਕਦੇ ਆ ਬਗਾਨੀ ਥਾਂ ਹੈ ਜਿੱਥੇ ਬੈਠੇ ਨੇ, ਪਰ ਕਿਉਂਕਿ ਉਦੋਂ ਬਜ਼ੁਰਗਾਂ ਨੇ ਆਪਦਾ ਸਾਰਾ ਵੇਚ ਵੱਟ ਕੇ ਆਜ਼ਾਦ ਹਿੰਦ ਫੌਜ ਦੇ ਰੇਖੇ ਲਾਤਾ। ਉਦੋਂ ਬਾਅਦ ਫਿਰ ਜਿਵੇਂ ਜਿਵੇਂ ਅੱਗੇ ਚੱਲਦੀਆਂ ਰਹੀਆਂ ਸੁਤੰਤਰਤਾ ਦੀ ਲੜਾਈਆਂ ਤੇ ਉਵੇਂ ਹਿੱਸਾ ਬਣਦੇ ਰਹੇ। ਪਰ ਅੱਜ ਸਥਿਤੀ ਇਹ ਹੈ ਕਿ ਜਿਹੜੇ ਇਹਨਾਂ ਦੇ ਪਿਤਾ ਨੇ ਵਿਨੋਦ ਕੁਮਾਰ ਜੀ, ਉਹ ਜੇ ਕਹੀਏ ਕਿ ਪੂਰੇ ਕਾਬਲ ਨਹੀਂ ਹੈਗੇ ਕਿਉਂਕਿ ਹੈਂਡੀਕੈਪਟ ਨੇ। ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਅੱਗੇ ਰੋਹਿਤ ਮਾਨ ਦੀ ਗੱਲ ਆ ਜਾਂਦੀ ਆ। ਕੁੱਲ ਮਿਲਾ ਕੇ ਦੇਖਿਆ ਜਾਵੇ ਅੱਜ ਬੇਘਰ ਹੋਣ ਨੂੰ ਕਿਤੇ ਨਾ ਕਿਤੇ ਤਿਆਰੀ 'ਚ ਨੇ। ਕਿਉਂਕਿ ਉਹਨਾਂ ਕੋਲ ਆਪਦਾ ਜੱਦੀ ਨਾ ਤਾਂ ਕੋਈ ਮਕਾਨ ਹੈ, ਨਾ ਕੋਈ ਰਹਿਣ ਨੂੰ ਥਾਂ ਹੈ। ਸਰਕਾਰੀ ਚਿੱਠੀਆਂ ਦੇ ਦੇ ਕੇ ਥੱਕ ਗਏ ਨੇ, ਪਰ ਹਜੇ ਤੱਕ ਸੁਣਵਾਈ ਕੋਈ ਨਹੀਂ। ਰੋਹਿਤ ਮਾਨ, ਇਹ ਸ਼ੁਰੂਆਤ ਫਿਰ ਕਦੋਂ ਕਰੀ? ਪਹਿਲਾਂ ਤਾਂ ਕੋਈ ਬੈਨੀਫਿਟ ਮਿਲਦਾ ਹੈ? ਸਰਕਾਰ ਨੇ ਕੋਈ ਪਾਲਿਸੀ ਬਣਾਈ ਹੈ ਇਸ ਤਰ੍ਹਾਂ ਦੀ ਵੀ ਜਿਹੜੇ ਇਸ ਤਰ੍ਹਾਂ ਦੇ ਸੁਤੰਤਰ ਸੈਨਾਨੀ ਸੀ ਉਹਨਾਂ ਨੂੰ ਕੋਈ ਬੈਨੀਫਿਟ ਦਿੱਤਾ ਜਾਵੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਮੌਜੂਦਾ ਪ੍ਰਧਾਨ ਮੰਤਰੀ ਹੈ, 15 ਅਗਸਤ ਨੂੰ ਪਿਛਲੇ वर्ष 2020 ਚ ਉਹਨਾਂ ਨੇ ਭਾਸ਼ਣ ਦਿੰਦੇ ਵੇਲੇ ਕਿਹਾ ਕਿ नेता जी का देन हम मर कर भी नहीं दे सकते, जो उन्होंने देश के लिए किया वो कोई नहीं कर सकता। ਤਾਂ ਉਸ ਤੋਂ ਮਗਰੋਂ ਭਾਰਤ ਦੇਸ਼ ਦੇ ਵਿੱਚ 2% ਕੋਟਾ ਜਿਹੜਾ ਫਰੀडम ਫਾਈਟਰਸ ਨੂੰ ਦਿੱਤਾ ਜਾਂਦਾ, ਉਹਦੇ ਨਾਲ ਅਸੀਂ ਉਸ ਕੋਟੇ ਦੇ ਤਹਿਤ ਆਉਂਦੇ ਆ। ਤੇ ਇਹਦੇ ਪਤਾ ਮਿਲਦਾ ਕੀ ਦਿੱਤਾ ਜਾਂਦਾ ਕੋਟੇ ਵਿੱਚ? ਜਾਂ ਤਾਂ ਜੌਬ ਦੇ ਵਿੱਚ ਬੰਦਿਆਂ ਨੂੰ ਆਪਣਾ ਕੋਟੇ ਦਾ ਬੈਨੀਫਿਟ ਮਿਲ ਜਾਂਦਾ, ਜਾਂ ਫਿਰ ਕੋਈ ਪਲਾਟ ਜਾਂ ਫਿਰ ਕੋਈ ਮਕਾਨ ਜੇ ਉਹਨਾਂ ਕੋਲ ਸਕੀਮਾਂ 'ਚ। ਜੀ ਜੇ ਜੱਦੀ ਜ਼ਮੀਨ ਨਾ ਹੋਏ। ਸਾਡੇ ਕੋਲ ਜੱਦੀ ਜ਼ਮੀਨ ਨਹੀਂ ਹੈ। ਇਹਦੇ 'ਚ ਇਹੀ ਹੁੰਦਾ ਕਿ ਤੁਹਾਡੇ ਪਿੰਡ 'ਚ ਕੋਈ ਜੱਦੀ ਜ਼ਮੀਨ ਬਣਾਈ ਤੁਸੀਂ, ਜਾਂ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਕੋਈ ਮਕਾਨ ਬਣਾਇਆ, ਸਾਡੇ ਕੋਲ ਕੁਝ ਨਹੀਂ। ਤਾਂ ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਪਿਤਾ ਜੀ ਨੂੰ ਹੱਕ ਮਿਲਣਾ ਉਹ ਮਿਲ ਜਾਵੇ। ਮੈਂ ਤਾਂ ਆਪਣਾ ਹੱਥ ਜੋੜ ਕੇ ਜਿੰਨਾ ਵੀ ਸਰਕਾਰੀ ਤੰਤਰਾਂ ਨੂੰ ਇਹੀ ਬੇਨਤੀ ਕਰਦਾ ਕਿ ਸੁਣ ਲਓ, ਸੁਧ ਲਓ। 1947 ਦੀ ਡੇਟਾਂ ਪਈਆਂ ਕਾਗਜ਼ਾਂ ਤੇ, ਉਸ ਤੋਂ ਪਹਿਲ ਦੇ ਕਾਗਜ਼ ਸਾਡੇ ਦਾਦਾ ਜੀ ਦੀ ਜੁਆਇਨਿੰਗ ਦੇ ਪਏ ਨੇ ਕਿ ਅਪ੍ਰੈਲ 1935। ਚਿੱਠੀ ਪੱਤਰ ਪਾਇਆ ਤੁਸੀਂ ਡਿਪਾਰਟਮੈਂਟ? ਚਿੱਠੀ ਪੱਤਰ ਡੀਸੀ ਸਾਹਿਬ ਨੂੰ ਪਾਇਆ ਸੀਗਾ। ਆਦਰ ਸਤਿਕਾਰਯੋਗ ਮਾਨਯੋਗ ਸਤਪਾਲ ਜੈਨ ਜੀ ਕੋਲ ਪਹਿਲਾਂ ਮੈਂ ਲੈਟਰਾਂ ਦਿੱਤੀਆਂ, ਉਹਨਾਂ ਨੇ ਅੱਗੇ ਫਾਰਵਰਡ ਕੀਤੀਆਂ ਸੀ ਚੰਡੀਗੜ੍ਹ ਦੇ ਡੀਸੀ ਸਾਹਿਬ ਨੂੰ, ਤਾਂ ਕਿ ਸਰਕਾਰੀ ਤੰਤਰਾਂ ਤੱਕ ਅੱਗੇ ਤੱਕ ਜਾਏ। ਉਹਨਾਂ ਦਾ ਜਵਾਬ ਉਹਨਾਂ ਨੂੰ ਆ ਗਿਆ ਸੀ ਤੇ ਅੱਗੇ ਉਹ ਇਹ ਕਹਿੰਦੇ ਸੀ ਕਿ ਤੁਹਾਡਾ ਕੁਝ ਨਾ ਕੁਝ ਜ਼ਰੂਰ ਹੋਵੇਗਾ। ਅਸੀਂ ਇਸ ਵਿਸ਼ਵਾਸ ਤੇ ਚੱਲ ਰਹੇ ਹਾਂ। ਆਪ ਜੀ ਦੇ ਮਾਧਿਅਮ ਤੋਂ ਮੈਂ ਇਹ ਦੱਸਣਾ ਚਾਹੁੰਦਾ ਵਾਂ ਕਿ ਇਹ ਕਾਰਨ ਚੰਗਾ। ਚਿੱਠੀ ਪੱਤਰਾਂ ਦਾ ਜਵਾਬ ਕੋਈ ਆਇਆ? ਅਜੇ ਚਿੱਠੀ ਪੱਤਰਾਂ ਦਾ ਇੱਕ ਜਵਾਬ ਜ਼ਰੂਰ ਆਇਆ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਤੁਹਾਡਾ ਕੇਸ ਆਪਣੇ ਘਰ ਦਾ ਪੂਰਾ ਫੁੱਲ ਐਡਰੈਸ ਦੇ ਕੇ ਇਹ ਐਡਰੈਸ ਦੇਣ ਤੋਂ ਬਾਅਦ ਆਪਣਾ ਲਿਖੋ। ਤਾਂ ਉਹ ਅਸੀਂ ਐਡਰੈਸ ਦੇ ਕੇ ਆਪਣਾ ਫਿਰ ਇੱਕ ਚਿੱਠੀ ਪਾਵਾਂਗੇ ਜੀ ਦੁਬਾਰਾ। ਤੇ ਹੁਣ ਜੇ ਦੇਖਿਆ ਜਾਵੇ ਕਿਉਂਕਿ ਇੱਕ ਤਰ੍ਹਾਂ ਦਾ ਇਹ ਕਿਰਾਏ ਦੀ ਮਕਾਨ ਆ ਜਿੱਥੇ ਤੁਸੀਂ ਬੈਠੇ ਹੋਵੋਗੇ, ਤਾਂ ਹੁਣ ਉਰੋਂ ਜਦੋਂ ਜਾਂਦੇ ਹੋ ਫਿਰ ਆਖਰ ਸਹਾਰਾ ਹੈ ਕੀ ਹੈ? ਬੈਠਣ ਨੂੰ ਥਾਂ ਕੀ ਹੈ? ਬੈਠਣ ਨੂੰ ਥਾਂ ਕੀ ਹੈ? ਤੋਂ ਬਾਅਦ ਰਹਿائش ਦਾ ਜਗ੍ਹਾ ਹੈ ਕੀ? ਅਜੇ ਬਸ ਉਹੀ ਕੋਸ਼ਿਸ਼ ਕਰ ਰਹੇ ਹਾਂ ਜੀ, ਕਿਰਾਏ ਦਾ ਕੋਈ ਮਕਾਨ ਦੇਖ ਲਾਂਗੇ ਜੀ, ਸਸਤਾ ਕੋਈ ਮਿਲ ਗਿਆ ਤਾਂ ਜ਼ਰੂਰ। ਪਰ ਉਦੋਂ ਦਾ ਇੱਕ ਚੀਜ਼ ਇਹ ਵੀ ਸਾਹਮਣੇ ਆਉਂਦੀ ਹੈ ਕਿ ਸਰਕਾਰ ਨੇ ਕੋਈ ਇਹ ਆਪਦੀ ਪ੍ਰਪੋਜ਼ਲ ਰੱਖੀ ਸੀ ਵੀ ਜਿਨ੍ਹਾਂ ਕੋਲ ਨਹੀਂ ਸੁਤੰਤਰਤਾ ਸੈਨਾਨੀਆਂ ਕੋਲ ਰਹਿਣ ਦੀ ਥਾਂ ਨਹੀਂ, ਕੋਈ ਜਗ੍ਹਾ ਦਿੱਤੀ ਜਾਵੇ ਉਹਨਾਂ ਨੂੰ। ਦੇਖੋ ਸਾਹਿਬ, ਸਰਕਾਰ ਦਾ ਪ੍ਰਪੋਜ਼ਲ ਤਾਂ 1985 ਦੇ ਵਿੱਚ ਹੀ ਸ਼ੁਰੂ ਹੋ ਗਿਆ ਸੀ ਕਿ ਜਿਨ੍ਹਾਂ ਕੋਲ ਮਕਾਨ ਨਹੀਂ ਹੈ, ਜੇ ਆਪਣਾ ਘਰ ਛੱਤ ਨਹੀਂ ਹੈ, ਤੇ ਉਸ ਦੌਰਾਨ ਫਿਰ ਉਹਨਾਂ ਨੂੰ ਮਕਾਨ ਵੀ ਦਿੱਤੇ ਗਏ ਸੀ। ਤੇ ਅਸੀਂ ਇਸ ਕੋਟੇ ਦੇ ਤਹਿਤ ਆਉਂਦੇ ਹਾਂ ਤੇ ਮੇਰੇ ਪਿਤਾ ਜੀ ਨੂੰ ਉਹਨਾਂ ਦਾ ਹੱਕ ਮਿਲ ਜਾਣਾ ਚਾਹੀਦਾ, ਤਾਂ ਬਹੁਤ ਚੰਗਾ ਰਹੇਗਾ ਸਾਡੇ ਲਈ ਵੀ ਤੇ ਸਾਡੇ ਪਿਤਾ ਜੀ ਲਈ ਵੀ। ਹੁਣ ਜਿਵੇਂ ਸਰਕਾਰੀ ਤੰਤਰ ਤੁਸੀਂ ਦੇਖਦੇ ਹੋ, ਤੁਹਾਡੇ ਦਾਦਾ ਜੀ ਨੇ ਸਾਰਾ ਵੇਚ ਵੱਟ ਕੇ ਲਾਤਾ ਆਜ਼ਾਦ ਹਿੰਦ ਫੌਜ ਦੇ ਲੇਖੇ। ਸੁਤੰਤਰਤਾ ਸੈਨਾਨੀਆਂ ਦੇ ਤੌਰ ਤੇ ਉਹਨਾਂ ਨੇ ਅਲੱਗ-ਅਲੱਗ ਥਾਂ ਤੇ ਆਪਦੀ ਭੂਮਿਕਾ ਫਿਰ ਨਿਭਾਉਂਦੇ ਰਹੇ, ਜਿਵੇਂ ਪੂਰਾ ਉਦੋਂ ਦਾ ਚੱਲਦਾ ਰਿਹਾ ਸਿਸਟਮ। ਅੱਜ ਕੀ ਲੱਗਦਾ ਕਿ ਜਦੋਂ ਸਾਰੀ ਆਜ਼ਾਦੀ ਮਿਲ ਗਈ ਆ, ਸਰਕਾਰੀ ਤੰਤਰ ਵੀ ਉਦੋਂ ਬਾਅਦ 'ਚ ਤਾਂ ਹੀ ਆਪਣੇ ਬਣੇ, ਆਪਣੇ ਲੋਕਾਂ ਨੇ ਸੱਤਾ ਸੰਭਾਲੀ, ਉਦੋਂ ਬਾਅਦ 'ਚ ਅਫਸਰ ਵੀ ਬਣੇ, ਮੰਤਰੀ ਵੀ ਬਣੇ, ਹੁਣ ਉਹ ਲੋਕ ਉਨੇ ਜਜ਼ਬੇ ਨਾਲ ਸੁਣਵਾਈ ਕਰਦੇ? देखो जी, जज्बे ਵਿੱਚ ਹੁਣ सख्ती है। क्या है ये कौन से कागज हैं, क्या लेके आ रहे हो? मतलब इस तरीके नाल करिया ਤਾਂ ਬੜਾ ਮਾਯੂਸ ਹੋਇਆ ਮੈਂ, ਦਿਲ ਤੇ ਬੜੀ ਠੇਸ ਵੱਜੀ ਕਿ ਸੁਤੰਤਰਤਾ ਸੈਨਾਨੀ ਪਰਿਵਾਰ ਤੋਂ ਸੰਬੰਧ ਵੀ ਰੱਖਾਂ। ਅੱਗੇ ਮਾਤਾ ਪਿਤਾ ਡਿਸੇਬਲਡ, ਮਾਂ ਮਿਰਗੀ ਦੀ ਪੇਸ਼ੈਂਟ, ਬਾਪ ਪੋਲੀਓ ਤੋਂ ਗ੍ਰਸਤ, ਤਾਂ ਬੰਦਾ ਕਰੇ ਤਾਂ ਕਰੇ ਕੀ? ਫਿਰ ਮਨ ਮਾਯੂਸੀ ਨਾਲ ਭਰ ਕੇ ਮੈਂ ਬਾਹਰ ਆ ਜਾਂਦਾ, ਫਿਰ ਆਦਰ ਸਤਿਕਾਰ ਨਾਲ ਜਾਂਦਾ। ਪੂਰੇ ਜੀ ਐਮਪੀ ਕਿਰਨ ਖੇਰ ਨਾਲ ਕਦੇ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰੀ ਬੀਜੇਪੀ ਦੀ? ਕਿਉਂਕਿ ਸੱਤਾਧਾਰੀ ਪੱਖ ਦੇ ਜੇ ਕੋਈ ਲੀਡਰ ਜਿੱਤਿਆ ਹੁੰਦਾ ਤਾਂ ਉਹਦਾ ਭਾਰ ਜ਼ਿਆਦਾ ਹੁੰਦਾ, ਉਹਨਾਂ ਦੇ ਨਾਲ ਗੱਲ ਕਰੀ? ਦੇਖੋ ਜੀ, ਉਹਨਾਂ ਦਾ ਆਸ਼ਵਾਸਨ ਤਾਂ ਚੰਗਾ ਹੀ ਰਿਹਾ, ਅਜੇ ਤੱਕ ਮੈਂ ਮਾੜਾ ਨਹੀਂ ਕਹਾਂਗਾ, ਕਿਉਂਕਿ ਲੈਟਰਾਂ ਵੀ ਮੇਰੀ ਉਹਨਾਂ ਨੇ ਰਿਸੀਵ ਕਰੀਆਂ ਤੇ ਅੱਗੇ ਸੁਣਵਾਈ ਵੀ ਕਰ ਰਹੇ
ਤਾਂ ਉਮੀਦ ਕਰਦਾ ਦੇਰ ਸਵੇਰ ਮੇਰੀ ਸੁਣਵਾਈ ਜ਼ਰੂਰ ਹੋ ਜਾਵੇਗੀ। ਕਿੰਨਾ ਟਾਈਮ ਹੋ ਗਿਆ ਇਹ ਚੀਜ਼ਾਂ ਅਪਲਾਈ ਕਰੇ? ਦੇਖੋ ਜੀ, ਦੂਜਾ ਸਾਲ ਸ਼ੁਰੂ ਹੋ ਗਿਆ, 2020 ਤੋਂ ਸ਼ੁਰੂ ਹੋਇਆ ਸੀ, 21 ਵੀ ਹੁਣ ਖਤਮ ਹੀ ਹੋਣ ਵਾਲਾ, ਤਾਂ ਅਜੇ ਸੰਘਰਸ਼ ਚੱਲ ਰਿਹਾ ਜੀ। ਬਿਲਕੁਲ, ਇਹ ਤੁਸੀਂ ਦੇਖਿਆ ਕਿ ਇੱਕ ਤਸਵੀਰ ਉਹ ਦਿਖਾਉਣ ਦੀ ਕੋਸ਼ਿਸ਼ ਕਰੀ ਕਿ ਆਖਰ ਜਿਹੜੇ ਸੁਤੰਤਰਤਾ ਸੈਨਾਨੀਆਂ ਨੇ ਆਪਦਾ ਸਾਰਾ ਕੁਝ ਦਾਅ ਤੇ ਲਾਇਆ, ਦੇਸ਼ ਨੂੰ ਯਾਦ ਕਰਾਇਆ, ਤੇ ਉਹਨਾਂ ਦਾ ਹਰ ਕੋਈ ਰਿਣੀ ਆ। ਜਿਵੇਂ ਕਿ ਇਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਤਾਂ ਕਹਿੰਦੇ ਨੇ, ਖੈਰ ਦੇਸ਼ ਦਾ ਹਰ ਇੱਕ ਬੱਚਾ ਬਜ਼ੁਰਗ ਸਾਰੇ ਇਸ ਚੀਜ਼ ਦੇ ਰਿਣੀ ਨੇ ਕਿ ਆਖਰ ਜੇਕਰ ਉਹ ਇਹ ਹਮਲਾ ਨਾ ਮਾਰਦੇ ਤਾਂ ਸ਼ਾਇਦ ਅੱਜ ਇਹ ਸਥਿਤੀ ਨਾ ਬਣਦੀ ਕਿ ਅਸੀਂ ਆਜ਼ਾਦੀ ਹੁੰਦੀ, ਉਦੋਂ ਬਾਅਦ ਦੇ ਵਿੱਚ ਸਾਡੇ ਲੋਕ ਮੰਤਰੀ ਸੰਤਰੀ ਬਣਦੇ, ਫਿਰ ਅਫਸਰ ਨੇ ਜਿਹੜੇ ਸਾਡੇ 'ਚੋਂ ਚੁਣ ਕੇ ਬਣੇ, ਕਿਉਂਕਿ ਅੱਗੇ ਅੰਗਰੇਜ਼ ਆਪਦੀ ਮਰਜ਼ੀ ਨਾਲ ਜਿਹੜਾ ਕੋਈ ਉਹਨਾਂ ਦੇ ਕੋਲੇ ਹੁੰਦਾ ਸੀ ਤਾਂ ਉਹਨੂੰ ਲਾਉਂਦੇ ਸੀਗੇ। ਪਰ ਹੁਣ ਸਥਿਤੀ ਇਹ ਕਿ ਇਹ ਘਰ ਬੇਘਰ ਹੋਣ ਨੂੰ ਬੈਠਾ ਹੈਗਾ, ਤਾਂ ਆਖਰ ਇਹਨਾਂ ਦਾ ਕੋਈ ਸਾਰ ਲਊਗਾ, ਕਿਉਂਕਿ ਚਿੱਠੀਆਂ ਪੱਤਰਾਂ ਬੜੀਆਂ ਪਾ ਲਈਆਂ। ਜਿਵੇਂ ਇਹਨਾਂ ਨੇ ਦੱਸਿਆ ਕਿ ਅਫਸਰ ਇਹ ਜਿਹੜੇ ਕਹੀਏ ਕਿ ਅਨਮੋਲ ਇੱਕ ਕਾਗਜ਼ ਨੇਗੇ, ਦੇਖਣ ਵਾਸਤੇ ਲੋਕ ਤਰਸ ਜਾਂਦੇ ਨੇ, ਕਿਉਂਕਿ ਜੇ ਇਹਨੂੰ ਤੁਸੀਂ ਹਿਸਟੋਰੀਕਲ ਤੌਰ ਤੇ ਵੀ ਲਾਵੋ ਤਾਂ ਉਹਨਾਂ ਡਾਕੂਮੈਂਟਾਂ ਦੇ ਵਿੱਚੋਂ ਆਉਂਦੇ ਨੇ, ਪਰ ਦੇਖ ਕੇ ਕਹਿੰਦੇ ਨੇ ਵੀ ਹੈ ਕੀ ਹੈ। ਬੜੀ ਇੱਕ ਹੈਰਾਨੀ ਹੁੰਦੀ ਹੈ ਇਸ ਚੀਜ਼ ਨੂੰ ਦੇਖ ਕੇ। ਪਰ ਇਹ ਜਿਹੜਾ ਅਸੀਂ ਪੂਰੇ ਤੁਹਾਨੂੰ ਗੱਲਬਾਤ ਸੁਣਾਈ ਤੇ ਇਹ ਚੀਜ਼ਾਂ ਦਿਖਾਈਆਂ, ਕੀ ਕਿਸ ਦਾ ਮਨ ਡੋਲੂਗਾ, ਕਿਉਂਕਿ ਅਫਸਰ ਵੀ ਇਹ ਚੀਜ਼ਾਂ ਨੂੰ ਦੇਖਦੇ ਨੇ, ਲੋਕ ਵੀ ਦੇਖਦੇ ਨੇ। ਅੱਜ ਪਰਿਵਾਰ ਆ ਕੇ ਸੜਕ ਤੇ ਬੈਠਣ ਨੂੰ ਮਜਬੂਰ ਹੈ, ਪਰ ਸਾਰ ਲੈਣ ਵਾਲਾ ਸ਼ਾਇਦ ਕੋਈ ਅਜੇ ਕੋਈ ਜਾਪਦਾ ਨਹੀਂ। ਸਰਕਾਰਾਂ ਕਿੰਨੀ ਦਾਅਵਾ ਕਰ ਲੈਣ, ਸੁਤੰਤਰਤਾ ਸੈਨਾਨੀਆਂ ਦੇ ਸੀ ਨਾਲ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।